ਤੁਸੀਂ ਵੇਖ ਰਹੇ ਹੋ BBC ਪੰਜਾਬ TV। ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਅਹਿਮ ਇਸ਼ੂ ਤੇ ਗੱਲ ਕਰਨੀ ਹੈ, ਲੇਕਿਨ ਉਸ ਤੋਂ ਪਹਿਲਾਂ ਮੈਂ ਜਿਹੜੇ ਦੁਆਬਾ ਪੀੜਤ ਪਰਿਵਾਰ ਸੀਗੇ ਜਿਹੜੇ ਕੱਲ ਸਾਡੇ ਨਾਲ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਨੂੰ ਮਿਲਣ ਵਾਸਤੇ ਮੰਗ ਪੱਤਰ ਇੱਕ ਬਹੁਤ ਡਿਟੇਲ ਸਪੋਰਟਡ ਬਾਈ ਆਲ ਫੈਕਟਸ ਜੋ ਉਹਨਾਂ ਨੇ ਦਿੱਤਾ ਪਹੁੰਚੇ। ਮੈਂ ਉਹਨਾਂ ਸਾਰੇ ਪੀੜਤ ਪਰਿਵਾਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਉਹ ਇਸ ਲਈ ਸ਼ੁਕਰੀਆ ਅਦਾ ਕਰਦਾ ਕਿ ਬਹੁਤ ਗਰੀਬ ਲੋਕ ਸੀਗੇ ਜਿਹੜੇ ਅਸੀਂ ਤਕਰੀਬਨ 6 ਪਰਿਵਾਰਾਂ ਨੂੰ ਲੈ ਕੇ ਗਏ ਨੇ। ਕੋਈ ਹਰਿਆਣੇ ਦੇ ਬਾਰਡਰ ਤੇ ਲੱਗਦੇ ਸੰਗਰੂਰ ਜ਼ਿਲ੍ਹੇ ਦਾ ਰੱਤਾ ਖੇੜਾ ਪਿੰਡ ਹੈ, ਇੱਕ ਪਰਿਵਾਰ ਉੱਥੋਂ ਦਾ ਸੀਗਾ। ਇੱਕ ਪਰਿਵਾਰ ਸ਼ਾਦੀਪੁਰ ਪਿੰਡ ਕੈਥਲ ਜ਼ਿਲ੍ਹੇ ਦਾ ਸੀਗਾ। ਇਹ ਇੱਕ ਪਰਿਵਾਰ ਮਾਨਸਾ ਜ਼ਿਲ੍ਹੇ ਦਾ ਅਚਾਨਕ ਪਿੰਡ ਦਾ ਸੀਗਾ। ਇੱਕ ਪਰਿਵਾਰ ਕਸ਼ਮੀਰੀ ਸਿੱਖ ਨੇ ਵਿਚਾਰੇ, ਉਹ ਦਿੱਲੀ ਰਹਿੰਦੇ ਨੇ। ਉਹਨਾਂ ਦੀ ਇੱਕ ਲੜਕੀ ਸੰਦੀਪ ਕੌਰ ਤੇ ਆਪਣੇ ਪਰਿਵਾਰ ਦੇ ਨਾਲ ਉੱਥੇ ਪਹੁੰਚੀ ਸੀ। ਉਹ ਰਾਗੀਆਂ ਦਾ ਪਰਿਵਾਰ ਹੈ, ਦਿੱਲੀ ਰਹਿੰਦੇ ਨੇ। ਉਹਨਾਂ ਦੇ ਭਰਾ ਨੂੰ ਇੰਪਲੀਕੇਟ ਕੀਤਾ ਯੂਆਪਾ ਦੇ ਵਿੱਚ। ਔਰ ਇਸੇ ਤਰ੍ਹਾਂ ਹੀ ਇੱਕ ਸੇਰਾ ਪਿੰਡ ਦਾ ਪਰਿਵਾਰ, ਉਹ ਕੱਲ ਕਿਸੇ ਕਾਰਨਾਂ ਕਰਕੇ ਨਹੀਂ ਪਹੁੰਚ ਸਕੇ। ਮੇਰੇ ਆਪਣੇ ਹਲਕੇ ਦੇ ਜਿਹੜੇ ਪੀੜਤ ਪਰਿਵਾਰ ਸੀਗੇ, ਇਹ ਸਾਰੇ ਪਰਿਵਾਰਾਂ ਨੇ ਇੱਕ ਤਾਂ ਐਡੀ ਆਰਥਿਕ ਤੌਰ ਤੇ ਉਹਨਾਂ ਦੇ ਜਿਹੜੇ ਹਾਲਾਤ ਕਮਜ਼ੋਰ ਨੇ, ਉਹਦੇ ਬਾਵਜੂਦ ਉਹ ਸਮਾਂ ਕੱਢ ਕੇ ਸਾਰੇ ਉੱਥੇ ਪਹੁੰਚੇ। ਔਰ ਇਸ ਦੇ ਨਾਲ ਮਹਾਮਾਰੀ ਦਾ ਸਮਾਂ ਵੀ ਆ, ਸਾਰੇ ਡਰਦੇ ਘਬਰਾਉਂਦੇ ਵੀ ਨੇ ਕਿ ਕਿਤੇ ਸਾਨੂੰ ਕੋਈ ਵਾਇਰਸ ਅਸੀਂ ਪੋਜ਼ਿਟਿਵ ਨਾ ਹੋ ਜਾਈਏ। ਇਹਦੇ ਬਾਵਜੂਦ ਵੀ ਸਾਰੇ ਉੱਥੇ ਪਹੁੰਚੇ। ਔਰ ਨਾਲ ਜਿਹੜਾ ਯੂਆਪਾ ਲਾਅ ਆ, ਇਹਦੇ ਤੋਂ ਸਾਰੇ ਘਬਰਾਉਂਦੇ ਨੇ। ਤੁਸੀਂ ਦੇਖਿਆ ਕਿ ਬਹੁਤ ਸਾਰੇ ਆਗੂ ਦੇ ਤੇ ਬਿਲਕੁਲ ਚੁੱਪੀ ਧਾਰ ਕੇ ਬੈਠੇ ਨੇ। ਇਸ ਲਈ ਯੂਆਪਾ ਵਰਗੇ ਕਾਲੇ ਕਾਨੂੰਨ ਦਾ ਡਰ ਵੀ ਸੀਗਾ, ਸਰਕਾਰ ਦਾ ਉੱਤੇ ਬਹੁਤ ਵੱਡਾ ਡਰ ਸੀਗਾ ਕਿ ਕਿਤੇ ਸਾਨੂੰ ਹੋਰ ਨਾ ਇੰਪਲੀਕੇਟ ਕਰ ਦੇਣ। ਮੈਂ ਆਪਣੇ ਸਤਿਕਾਰਯੋਗ ਸਾਰੇ ਐਮਐਲਏ ਸਾਹਿਬ ਦਾ ਬਹੁਤ ਰਿਣੀ ਹਾਂ। ਜਗਦੇਵ ਸਿੰਘ ਜੀ ਕਮਾਲੂ ਐਮਐਲਏ ਮੌੜ, ਸਰਦਾਰ ਪਿਰਮਲ ਸਿੰਘ ਖਾਲਸਾ ਐਮਐਲਏ ਭਦੌੜ, ਸਰਦਾਰ ਜਗਤਾਰ ਸਿੰਘ ਜੀ ਜੱਗਾ ਹਸੋਵਾਲ ਐਮਐਲਏ ਰਾਏਕੋਟ, ਔਰ ਜਿਨ੍ਹਾਂ ਲੋਕਾਂ ਨੇ ਸਾਡੇ ਇਸ ਮੈਮੋਰੈਂਡਮ ਤੇ ਸਿਗਨੇਚਰ ਕੀਤੇ, ਡਾਕਟਰ ਧਰਮਵੀਰ ਗਾਂਧੀ, ਕਿਉਂਕਿ ਉਹ ਥੋੜੇ ਹਾਰਟ ਪੇਸ਼ੈਂਟ ਵੀ ਨੇ, ਥੋੜੇ ਓਲਡ ਵੀ ਨੇ, ਲੇਕਿਨ ਉਹਨਾਂ ਨੇ ਸਾਡੇ ਇਸ ਮੈਮੋਰੈਂਡਮ ਦੇ ਉੱਤੇ ਆਪਣੇ ਹਸਤਾਖਰ ਕੀਤੇ। ਔਰ ਉਹ ਇਸ ਮਹਾਮਾਰੀ ਦੇ ਕਰਕੇ ਉਹਨਾਂ ਨੇ ਕਿਹਾ ਕਿ ਮੈਨੂੰ ਥੋੜਾ ਮੇਰੀ ਫੈਮਿਲੀ ਰੋਕਦੀ ਆ, ਤਾਂ ਉਹ ਉਹਨਾਂ ਨੇ ਵੀ ਇਹਦੇ ਤੇ ਸਾਈਨ ਕੀਤੇ। ਸਰਦਾਰ ਸੁੱਚਾ ਸਿੰਘ ਛੋਟੇਪੁਰ, ਉਹਨਾਂ ਨੇ ਆਪਣੇ ਜਿਹੜੇ ਸੀਗੇ ਇਸ ਮੈਮੋਰੈਂਡਮ ਨੂੰ ਅਤੇ ਆਪਣੇ ਸਿਗਨੇਚਰ ਦਿੱਤੇ ਸਾਨੂੰ। ਉਹਨਾਂ ਸਾਰਿਆਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਆਪਣੀ ਪਾਰਟੀ ਦੇ ਆਗੂਆਂ ਦੇ, ਐਮਐਲਏ ਸਾਹਿਬਾਨ ਦੇ, ਹੋਰ ਵੀ ਬਹੁਤ ਸਾਰੇ ਸਤਿਕਾਰਯੋਗ ਜਿਹੜੇ ਪਰਿਵਾਰਾਂ ਨੂੰ ਨਾਲ ਲੈ ਕੇ ਆਏ ਸੀ। ਉਹਦੇ ਚ ਵਿਸ਼ੇਸ਼ ਤੌਰ ਤੇ ਮੈਂ ਜੇ ਜ਼ਿਕਰ ਕਰਾਂ ਰਿਸ਼ਪਾਲ ਸਿੰਘ ਜੀ ਜੋੜਾ ਮਾਜਰਾ, ਜਿਹੜੇ ਸਮਾਣੇ ਚ ਰਹਿੰਦੇ ਨੇ, ਕਿਉਂਕਿ ਇਹ ਜਿਹੜਾ ਕੈਥਲ ਦਾ ਪਿੰਡ ਸੀਗਾ ਹਰਿਆਣੇ ਜ਼ਿਲ੍ਹੇ ਦਾ ਸ਼ਾਦੀਪੁਰ, ਲਵਪ੍ਰੀਤ ਸਿੰਘ ਦਾ ਜਿਹੜਾ 2 ਯੂਆਪਾ ਦੇ ਕੇਸਿਸ ਵਿੱਚ ਇਨਵੋਲਡ ਹੈ, ਇਹ ਬਿਲਕੁਲ ਸਮਾਣੇ ਦੇ ਨਾਲ ਹੈਗਾ। ਲਾਈਕਵਾਈਜ਼ ਸਾਡੇ ਪਾਰਟੀ ਦੇ ਹੋਰ ਮਾਝੇ ਦੇ ਪ੍ਰਗਟ ਸਿੰਘ ਹੁਣੀ, ਚੁਗਾਵਾਂ ਸ਼ਰਮਾ ਜੀ, ਔਰ ਸਾਡਾ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਨੇ ਜਹਾਂਗੀਰ ਜੀ, ਬਹੁਤ ਸਾਰੇ ਲੋਕ ਮੇਰੀ ਪਾਰਟੀ ਦੇ ਮੇਰੇ ਨਾਲ ਨਾਰਾਜ਼ਗੀ ਕਰਦੇ, ਸਾਨੂੰ ਬੁਲਾਇਆ ਨਹੀਂ। ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤਾਂ ਨਫਰੀ ਘੱਟ ਰੱਖ ਰਹੇ ਸੀਗੇ। ਬਟ ਐਨੀਵੇਜ਼, ਹੈਵਿੰਗ ਸੈਡ ਆਲ ਦੈਟ, ਮੈਂ ਇੱਕ ਵਾਰ ਫਿਰ ਸਭ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਇੱਕ ਇੱਦਾਂ ਦੇ ਘਿਨੌਣੇ ਕਾਲੇ ਕਾਨੂੰਨ ਦੀ ਲੜਨ ਦੀ ਸਮਰੱਥਾ ਰੱਖਦੇ ਹੋ। ਔਰ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦਾ। ਉਹਨਾਂ ਨੇ ਦਿੱਤੇ ਹੋਏ ਸਮੇਂ ਤੇ ਸਾਡੀ ਪੂਰੀ ਗੱਲ ਸੁਣੀ ਹੈ ਔਰ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਉਹ ਕੇਂਦਰ ਦੀ ਸਰਕਾਰ ਨਾਲ ਤੇ ਪੰਜਾਬ ਦੀ ਸਰਕਾਰ ਨਾਲ ਇਸ ਮਸਲੇ ਨੂੰ ਆਪਣੇ ਲੈਵਲ ਦੇ ਉੱਤੇ ਟੇਕ ਅਪ ਕਰਨਗੇ, ਔਰ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ। ਅੱਜ ਮੇਰਾ ਵਿਸ਼ਾ ਸੀਗਾ ਕਿ ਜੋ ਕੋਵਿਡ-19 ਨੂੰ ਲੈ ਕੇ ਇਸ ਵਕਤ ਜਿਹੜਾ ਹੈ ਸਾਰੇ ਜਿਹੜੇ ਕਾਰੋਬਾਰ ਨੇ, ਉਹ ਕੁਝ ਕਾਰੋਬਾਰ ਕਾਫੀ ਹੱਦ ਤੱਕ ਤਾਂ ਖੋਲ੍ਹ ਦਿੱਤੇ ਨੇ ਤੇ ਕੁਝ ਜਿਹੜੇ ਕਾਰੋਬਾਰ ਨੇ ਉਹ ਰਿਸਟ੍ਰਿਕਟ ਕੀਤੇ ਹੋਏ ਨੇ। ਉਸ ਰਿਸਟ੍ਰਿਕਟਡ ਜਿਹੜੇ ਕਾਰੋਬਾਰ ਨੇ ਉਹਨਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਜਿਹੜੇ ਲਗਭਗ ਸਾਰਾ ਖੋਲ੍ਹਤਾ, ਮਤਲਬ ਮਾਰਕੀਟਸ ਖੋਲ੍ਹਤੀਆਂ ਪੰਜਾਬ ਸਰਕਾਰ ਨੇ। ਔਰ ਨਾਲ ਉਹਨਾਂ ਨੇ ਜਿਹੜੀਆਂ ਟਰਾਂਸਪੋਰਟ ਹੈ, ਜਿਹੜੀ ਪਬਲਿਕ ਟਰਾਂਸਪੋਰਟ ਹੈ, ਬੱਸਿਸ ਜਿਹਦੇ ਵਿੱਚ 50-50, 60-60 ਸਵਾਰੀਆਂ ਜਾਂਦੀਆਂ, ਉਹ ਵੀ ਖੋਲ੍ਹ ਦਿੱਤੇ ਨੇ। ਅਫਕੋਰਸ ਸ਼ਰਾਬ ਦੇ ਠੇਕੇ ਤਾਂ ਬਹੁਤ ਸਮੇਂ ਤੋਂ ਬਹੁਤ ਇੱਛਾ ਸ਼ਕਤੀ ਰੱਖ ਕੇ ਕੈਪਟਨ ਸਾਹਿਬ ਨੇ ਖੋਲ੍ਹੇ ਸੀਗੇ, ਸ਼ਰਾਬ ਦੇ ਠੇਕੇ ਵੀ ਖੁੱਲ੍ਹ ਚੁੱਕੇ। ਕਾਫੀ ਹੱਦ ਤੱਕ ਰੈਸਟੋਰੈਂਟਸ, ਈਟਿੰਗ ਜੁਆਇੰਟਸ, ਈਵਨ ਹੋਟੇਲ ਸਾਰੇ, ਔਰ ਉਹਨਾਂ ਤੇ ਥੋੜੀ ਬਹੁਤੀ ਪਾਬੰਦੀ ਲਾਈ ਕਿ ਤੁਸੀਂ ਇੰਨੀ ਕੁ ਨਫਰੀ ਰੱਖਣੀ ਆ। ਪਰ ਕੁੱਲ ਮਿਲਾ ਕੇ ਜਿਵੇਂ ਕਹਿ ਰਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਰੱਖ ਕੇ, ਕਰੋਨਾ ਨੂੰ ਮੱਦੇਨਜ਼ਰ ਰੱਖ ਕੇ ਸਾਰਾ ਜਿਹੜਾ ਪੰਜਾਬ ਦਾ ਹੈ ਸਿਸਟਮ ਉਹ ਖੋਲ੍ਹ ਦਿੱਤਾ ਗਿਆ। ਪਰ ਕੁਝ ਵਿਅਕਤੀਆਂ ਨੇ ਮੇਰੇ ਤੱਕ ਪਹੁੰਚ ਕੀਤੀ, ਉਹਨਾਂ ਨੇ ਕਿਹਾ ਸਾਡੇ ਨਾਲ ਕਿਉਂ ਵਿਤਕਰਾ ਕਰ ਰਹੀ ਸਰਕਾਰ। ਤਾਂ ਮੈਂ ਉਹਨਾਂ ਦਾ ਮਸਲਾ ਤੁਹਾਡੇ ਸਾਹਮਣੇ ਰੱਖਣਾ ਸੀਗਾ। ਜਿੱਦਾਂ ਕਿ ਜਿਹੜੇ ਪੰਜਾਬ ਦੇ ਵਿੱਚ ਕੋਚਿੰਗ ਸੈਂਟਰਸ ਆ, ਜਿਹੜੇ ਚਾਹੇ ਉਹ ਆਈਲੈਟਸ ਨੇ, ਸ਼ਾਇਦ ਇਹਦੀ ਪ੍ਰੋਨਾਂਸੀਏਸ਼ਨ ਮੈਂ ਠੀਕ ਨਹੀਂ ਕਰ ਰਿਹਾ, ਆਈਲੈਟਸ ਦੇ ਸੈਂਟਰਸ ਨੇ, ਕੰਪਿਊਟਰ
ਕੰਪਿਊਟਰ ਸੈਂਟਰਸ ਨੇ, ਟਾਈਪਿੰਗ ਵਾਲੇ ਸੈਂਟਰਸ ਨੇ, ਸਕਿੱਲ ਡਿਵੈਲਪਮੈਂਟ ਸੈਂਟਰਸ ਨੇ, ਸਬਜੈਕਟ ਕੋਚਿੰਗ ਆ। ਇਹ ਉਹਨਾਂ ਵਿਅਕਤੀਆਂ ਦਾ ਜਿਨ੍ਹਾਂ ਨੇ ਮੇਰੇ ਤੇ ਪਹੁੰਚ ਕੀਤੀ, ਤਰਸੇਮ ਜਿੰਦਲ ਜੀ ਨੇ ਇਸ ਸਾਰੇ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਮੈਨੂੰ ਪੂਰਾ ਵੇਰਵਾ ਭੇਜਿਆ। ਉਹਨਾਂ ਨੇ ਕਿਹਾ ਕਿ ਲਗਭਗ 50,000 ਦੇ ਕਰੀਬ ਇਹ ਕੋਚਿੰਗ ਸੈਂਟਰਸ ਆ ਸਾਰੇ ਪੰਜਾਬ 'ਚ। ਆਪਾਂ ਦੇਖਦੇ ਹਾਂ ਆਈਲੈਟਸ ਦੇ, ਮੇਰਾ ਖਿਆਲ ਮੈਂ ਬਠਿੰਡੇ ਤੋਂ ਇਲੈਕਸ਼ਨ ਲੜ ਰਿਹਾ ਸੀਗਾ ਤਾਂ ਸ਼ਾਇਦ ਅਜੀਤ ਨਗਰ ਜਿਹੜਾ ਬਾਜ਼ਾਰ ਆ ਉਹਦਾ ਸ਼ਹਿਰ that is full of IELTS centers। ਮਤਲਬ ਇੱਕ ਬਾਜ਼ਾਰ ਦੇ ਵਿੱਚ ਹੀ ਮੈਨੂੰ ਲੱਗਦਾ ਜੇ ਗਲਤ ਨਾ ਹੋਵਾਂ ਤੇ ਇਕੱਲੇ ਬਠਿੰਡੇ ਸ਼ਹਿਰ ਦੇ ਵਿੱਚ ਹੀ ਹੋਣੇ ਆ, ਮੈਨੂੰ ਲੱਗਦਾ 500-700 400-500 IELTS ਦਾ ਸੈਂਟਰ ਤਾਂ ਉੱਥੇ ਹੋਊਗਾ। ਸੋ 50,000 ਸੈਂਟਰ ਵਿੱਚ ਉਹਨਾਂ ਦਾ ਕਹਿਣਾ ਸੀਗਾ ਕਿ 1 ਲੱਖ ਦੇ ਕਰੀਬ ਪਰਿਵਾਰ ਆਰਥਿਕ ਤੌਰ ਤੇ ਸਰਵਾਈਵ ਕਰਦੇ ਨੇ ਔਰ ਇਹਦੇ ਨਾਲ ਕਿ ਬੱਚਿਆਂ ਦੀ ਕੋਚਿੰਗ ਵੀ ਕਨੈਕਟਡ ਹੈ। ਬਹੁਤ ਸਾਰੇ ਲੋਕਾਂ ਨੇ ਬੱਚਿਆਂ ਨੇ ਵਿਦੇਸ਼ਾਂ ਵਿੱਚ ਜਾਣਾ, ਉਹ ਵੀ ਸਫਰ ਕਰ ਰਹੇ ਨੇ ਕਿਉਂਕਿ ਕੋਚਿੰਗ ਸੈਂਟਰਸ ਪੰਜਾਬ ਸਰਕਾਰ ਨੇ ਬੰਦ ਕੀਤੇ। ਤੇ ਜੇ ਆਪਾਂ ਸ਼ਰਾਬ ਦੇ ਠੇਕੇ ਖੋਲ ਦਿੱਤੇ ਆ, ਬੱਸਾਂ ਚਲਾਤੀਆਂ ਵਾ, ਤੇ ਫਿਰ ਮੈਂ ਸਮਝਦਾ ਕੈਪਟਨ ਸਾਹਿਬ ਨੂੰ ਮੇਰੀ ਬੇਨਤੀ ਆ ਕਿ ਇਹ ਕੋਚਿੰਗ ਸੈਂਟਰਸ ਵੀ ਤੁਹਾਨੂੰ ਖੋਲ ਦੇਣੇ ਚਾਹੀਦੇ ਆ ਤਾਂ ਕਿ 50,000 ਨਫਰੀ ਬਹੁਤ ਵੱਡੀ ਹੁੰਦੀ ਆ ਤੇ 1 ਲੱਖ ਪਰਿਵਾਰ ਉਹਦੇ ਤੇ ਸਰਵਾਈਵ ਕਰ ਰਿਹਾ ਤੇ ਜਿਹੜੇ ਬੱਚਿਆਂ ਦੀ ਐਜੂਕੇਸ਼ਨ ਸਫਰ ਕਰ ਰਹੀ ਉਹ ਅਲੱਗ। ਇੱਕ ਮੈਂ ਹੋਰ ਕਹਿਣਾ ਚਾਹੁੰਦਾ ਬੜੇ ਜ਼ੋਰ ਨਾਲ ਕਿ ਜਿਮ ਵੀ ਭਾਵੇਂ ਰਿਸਟ੍ਰਿਕਟਡ ਤਰੀਕੇ ਨਾਲ ਖੋਲੋ, ਜਿਮ ਜ਼ਰੂਰ ਖੋਲ ਦੇਣੇ ਚਾਹੀਦੇ। ਮਤਲਬ ਜਿਮ ਡੈਫੀਨੇਟਲੀ ਸ਼ਰਾਬ ਦੇ ਠੇਕੇ ਨਾਲੋਂ ਇੱਕ ਬਿਹਤਰ ਕੀ ਕਹਿੰਦੇ ਅਦਾਰਾ ਕਹਿ ਲਓ, ਬਿਜ਼ਨਸ ਕਹਿ ਲਓ, ਕੰਮ ਕਹਿ ਲਓ। ਉਹਦੇ ਚ ਘੱਟੋ ਘੱਟ ਕੁਝ ਨੌਜਵਾਨ ਜਿਹੜੇ ਨੇ ਅਗਰ ਉਹਨਾਂ ਨੂੰ ਉਹਨਾਂ ਦੇ ਨੰਬਰਸ ਘਟਾ ਦਿਓ ਤੁਸੀਂ ਜਾਂ ਉਹ ਸੈਨੀਟਾਈਜ਼ ਕਰ ਦਿਓ ਜਾਂ ਮਾਸਕ ਵਾਲਾ ਕੰਮ ਕਰ ਲੈਣ ਤਾਂ ਕੁਛ ਨਾ ਕੁਛ ਉਹਨਾਂ ਦਾ ਸਿਹਤ ਦਾ ਫਾਇਦਾ ਹੀ ਹੋਵੇਗਾ। ਸ਼ਰਾਬ ਪੀ ਕੇ ਤਾਂ ਕੋਈ ਨੁਕਸਾਨ ਕਰਨਗੇ ਪਰ ਜਿਹੜਾ ਹੈਗਾ ਜਿਹੜਾ ਜਿਮ ਨੇ ਇਸ ਨੂੰ ਘੱਟੋ ਘੱਟ ਆਪਣੀ ਹੈਲਥ ਇੰਪਰੂਵ ਕਰਨਗੇ। ਔਰ ਇਸ ਤੋਂ ਮੈਂ ਜੇ ਅੱਗੇ ਥੋੜਾ ਜਿਹਾ ਚਲੇ ਜਾਵਾਂ ਤਾਂ ਫਿਰ ਜੇ ਆਪਾਂ ਸਭ ਕੁਝ ਹੀ ਖੋਲ ਦਿੱਤਾ, ਬੱਸਾਂ ਚਲਾਤੀਆਂ, ਰੈਸਟੋਰੈਂਟ ਖੋਲਤੇ, ਮਾਰਕੀਟਸ ਖੋਲਤੀਆਂ, ਤੇ ਫਿਰ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨਸ ਚਾਹੇ ਉਹ ਸਕੂਲਸ ਨੇ ਚਾਹੇ ਉਹ ਕਾਲਜਸ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਨਾਲ ਕੋਈ ਰੀਜ਼ਨੇਬਲ ਰਿਸਟ੍ਰਿਕਸ਼ਨਸ ਲਾ ਕੇ ਉਹਨਾਂ ਨੂੰ ਵੀ ਖੋਲ ਦਿੱਤਾ ਜਾਵੇ ਤਾਂ ਫਿਰ ਕੋਈ ਮਾੜੀ ਗੱਲ ਨਹੀਂ। ਆਫਟਰ ਆਲ ਵਰਲਡ ਹੈਜ਼ ਲਰਨਡ ਟੂ ਲਿਵ ਵਿਦ ਦਿਸ ਵਾਇਰਸ ਨਾਓ ਆਲਮੋਸਟ। ਜਿਹਨੂੰ ਸਾਰੇ ਸਭ ਨੂੰ ਪਤਾ ਵਾ ਕਿ ਕਿਸੇ ਨੂੰ ਵੀ ਹੋ ਸਕਦੀ ਹੈ ਔਰ ਹੋ ਵੀ ਰਹੀ ਹੈ। ਔਰ ਇੰਡੀਆ ਦੇ ਵਿੱਚ ਕੇਸਿਸ ਬਹੁਤ ਮੇਰੇ ਖਿਆਲ 50,000 ਦੇ ਕਰੀਬ ਕੇਸਿਸ ਐਵਰੀ ਡੇ ਪੋਜ਼ਿਟਿਵ ਆ ਰਹੇ ਨੇ। ਸੋ ਇਸ ਲਈ ਲੋਕਾਂ ਨੇ ਇਹਦੇ ਨਾਲ ਜੀਣਾ ਤਕਰੀਬਨ ਸਿੱਖ ਲਿਆ। ਔਰ ਅੱਛੀ ਖਬਰ ਇਹ ਆ ਰਹੀ ਹੈ ਕਿ ਆਕਸਫੋਰਡ ਨੇ ਇੰਗਲੈਂਡ ਵਿੱਚ ਇਸ ਦਾ ਇੱਕ ਵੈਕਸੀਨ ਵੀ ਕੱਢ ਲਈ ਹੈ। ਜਿਹੜੇ ਅੱਜ ਮੈਂ ਇੰਡੀਆ 'ਚ ਪੜ੍ਹ ਰਿਹਾ ਸੀਗਾ ਕਿ 5 ਜਗ੍ਹਾ ਦੇ ਉੱਤੇ ਇੰਡੀਅਨ ਗਵਰਨਮੈਂਟ ਇਸ ਆਕਸਫੋਰਡ ਦੀ ਵੈਕਸੀਨ ਦੀ ਟ੍ਰਾਇਲਸ ਕਰਨ ਜਾ ਰਹੀ ਹੈ, ਹਿਊਮਨ ਟ੍ਰਾਇਲ। ਇਹਦਾ ਮਤਲਬ ਸਾਰਾ ਹੱਲ ਵੀ ਤਕਰੀਬਨ ਲੱਗ ਗਿਆ ਤੇ ਜਿੰਨੀ ਦੇਰ ਇਹ ਹੱਲ ਨਹੀਂ ਹੁੰਦਾ ਉਹਨਾਂ ਦੇ ਕੈਪਟਨ ਸਾਹਿਬ ਨੂੰ ਮੇਰੀ ਅਪੀਲ ਹੈ ਕਿ ਇਹ ਕੋਚਿੰਗ ਸੈਂਟਰਸ, ਜਿਮਨੇਜ਼ੀਅਮਸ ਔਰ ਅਗਰ ਹੋ ਸਕੇ ਤੇ ਸਕੂਲ ਤੇ ਕਾਲਜਸ ਤਾਂ ਕਿ ਬੱਚੇ ਜਿਹੜੇ ਔਰ ਤਾਲੀਮ ਸਫਰ ਨਾ ਕਰੇ। ਸੋ ਇਹ ਮੇਰੀ ਅੱਜ ਫਰਿਆਦ ਤੁਹਾਨੂੰ ਲੈ ਕੇ ਸੀਗੀ। ਉਮੀਦ ਕਰਦਾ ਕਿ ਤੁਸੀਂ ਇਸ ਮੁੱਦੇ ਨੂੰ ਅਗਰ ਤੁਹਾਨੂੰ ਅੱਛਾ ਲੱਗਿਆ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਵੱਧ ਤੋਂ ਵੱਧ ਸ਼ੇਅਰ ਕਰਨਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ। ਸਬਸਕ੍ਰਾਈਬ ਕਰੋ BBC ਪੰਜਾਬ TV ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।